ਗੁੱਡ ਮਾਰਨਿੰਗ एवरीवन। ਸੋ ਆਪਾਂ ਦੇਖਿਆ ਹੈ ਜਦੋਂ ਵੀ ਆਪਾਂ ਕੋਈ ਨਵੀਂ ਲੈਂਗੁਏਜ ਸਿੱਖਣੀ ਹੋਵੇ ਤਾਂ ਉਸ ਦੇ ਵਿੱਚ ਕੁਝ ਇੱਕ ਪ੍ਰੋਬਲਮਸ ਕੈਂਡੀਡੇਟਸ ਨੂੰ ਹਮੇਸ਼ਾ ਹੀ ਆਉਂਦੀਆਂ ਹੈ, ਚਾਹੇ ਉਹ ਇੰਗਲਿਸ਼ ਲੈਂਗੁਏਜ ਸਿੱਖਣੀ ਹੈ, ਚਾਹੇ ਤੁਸੀਂ ਫ੍ਰੈਂਚ ਸਿੱਖਣੀ ਹੈ, ਚਾਹੇ ਇਟਾਲੀਅਨ ਸਿੱਖਣੀ ਹੈ। ਹੁਣ ਕੀ ਹੁੰਦਾ ਹੈ, ਜਦੋਂ ਵੀ ਆਪਾਂ ਕੋਈ ਲੈਂਗੁਏਜ ਸਿੱਖਣੀ ਹੈ ਆਪਾਂ ਉਸ ਦੇ ਵਿੱਚ ਯੂਜ਼ਲੀ ਹੈਲਪ ਲੈਂਦੇ ਹਾਂ ਆਪਣੀ ਮਦਰ ਟੰਗ ਦੀ। ਯਾਨੀ ਕਿ ਜੋ ਵੀ ਲੈਂਗੁਏਜ ਆਪਾਂ ਨੂੰ ਪਹਿਲਾਂ ਅੱਛੀ ਤਰ੍ਹਾਂ ਆਉਂਦੀ ਹੁੰਦੀ ਹੈ, ਜਿਵੇਂ ਕਿ ਅਗਰ ਆਪਾਂ ਇੰਡੀਅਨ ਦੀ ਗੱਲ ਕਰੀਏ, ਖਾਸ ਕਰ ਪੰਜਾਬੀਜ਼ ਦੀ ਗੱਲ ਕਰੀਏ, ਉਹਨਾਂ ਨੂੰ ਪੰਜਾਬੀ ਆਉਂਦੀ ਹੁੰਦੀ ਹੈ, ਹਿੰਦੀ ਆਉਂਦੀ ਹੁੰਦੀ ਹੈ। ਤਾਂ ਜਦੋਂ ਵੀ ਉਹਨਾਂ ਨੇ ਕੋਈ ਇੰਗਲਿਸ਼ ਵਿੱਚ ਸੈਂਟੈਂਸ ਬਣਾਉਣਾ ਹੈ, ਭਾਵੇਂ ਬੋਲਣਾ ਹੈ ਭਾਵੇਂ ਲਿਖਣਾ ਹੈ, ਤਾਂ ਸਭ ਤੋਂ ਪਹਿਲਾਂ ਉਹ ਆਪਾਂ ਹਿੰਦੀ ਪੰਜਾਬੀ ਵਿੱਚ ਸੋਚਦੇ ਹਾਂ, ਫਿਰ ਉਸ ਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕਰਦੇ ਹਾਂ। ਤੇ ਕੁਝ ਹੱਦ ਤੱਕ ਮੈਂ ਕਹੂੰਗਾ ਇਟ ਇਜ਼ ਅ ਗੁੱਡ ਥਿੰਗ, ਬਟ ਬਿਲੀਵ ਮੀ ਅਪ ਟੂ ਲਾਰਜ ਐਕਸਟੈਂਟ ਇਟ ਇਜ਼ ਅ ਰੋਂਗ ਸਟ੍ਰੈਟਜੀ। ਯੈਸ, ਜਦੋਂ ਵੀ ਆਪਾਂ ਕੋਈ ਨਵੀਂ ਲੈਂਗੁਏਜ ਸਿੱਖਣੀ ਹੈ ਤਾਂ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਆਪਾਂ ਹੋ ਸਕੀਏ ਉਸ ਪਾਰਟੀਕੂਲਰ ਲੈਂਗੁਏਜ ਦੇ ਵਿੱਚ ਹੀ ਰਹੀਏ ਤੇ ਹੋਰ ਲੈਂਗੁਏਜ ਨਾਲ ਆਪਣੇ ਆਪ ਨੂੰ ਡਿਸਟਰੈਕਟ ਨਾ ਕਰੀਏ। ਫੋਰ ਐਗਜ਼ਾਮਪਲ ਅਗਰ ਆਪਾਂ ਗੱਲ ਕਰੀਏ ਉਰਦੂ ਦੀ ਨਾ, ਉਰਦੂ ਇੱਕ ਲੈਂਗੁਏਜ ਜਿਹੜੀ ਆਪਾਂ ਇਸ ਸਾਈਡ ਤੋਂ ਇਸ ਸਾਈਡ ਲਿਖਣ ਦੀ ਬਜਾਏ ਇਸ ਸਾਈਡ ਤੋਂ ਇਸ ਸਾਈਡ ਲਿਖਦੇ हैं, ਯਾਨੀ ਕਿ ਲੈਫਟ ਤੋਂ ਰਾਈਟ ਦੀ ਬਜਾਏ ਆਪਾਂ ਰਾਈਟ ਤੋਂ ਲੈਫਟ ਲਿਖਦੇ हैं। ਤੇ ਹੁਣ ਅਗਰ ਆਪਾਂ ਸੋਚੀਏ ਕਿ ਨਵੀਂ ਲੈਂਗੁਏਜ ਆਪਾਂ ਉਸੇ ਵੇ ਨਾਲ ਸਿੱਖੀਏ, ਇਟ ਇਜ਼ ਨੈਕਸਟ ਟੂ ਇੰਪੋਸੀਬਲ। ਹੁਣ ਫੋਰ ਐਗਜ਼ਾਮਪਲ ਅਗਰ ਆਪਾਂ ਗੱਲ ਕਰੀਏ ਇੰਗਲਿਸ਼ ਲੈਂਗੁਏਜ, ਆਪਾਂ ਫਸਟ ਕਲਾਸ ਵਿੱਚ ਆਪਾਂ ਕਰਿਆ ਸੀ ਕਿ ਇੰਗਲਿਸ਼ ਲੈਂਗੁਏਜ ਦਾ ਜਿਹੜਾ ਫਾਰਮੂਲਾ ਹੈ ਦੈਟ ਇਜ਼ ਅ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ। ਤਾਂ ਉਸ ਦੇ ਕੀ ਹੁੰਦਾ, ਸਭ ਤੋਂ ਪਹਿਲਾਂ ਸਬਜੈਕਟ ਹੁੰਦਾ। ਸਬਜੈਕਟ ਯਾਨੀ ਕਿ ਉਸ ਕੰਮ ਨੂੰ ਕਰਨ ਵਾਲਾ, ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਡਿਸਕਸ ਕਰਿਆ ਸੀ, ਆਈ ਵੀ ਯੂ ਦੇ ਹੀ ਸ਼ਿਟ, ਆਪਾਂ ਇਸ ਨੂੰ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਆਉਂਦਾ ਹੈ ਵਰਬ, ਯਾਨੀ ਕਿ ਜੋ ਵੀ ਕਿਰਿਆ ਕੰਮ ਹੋ ਰਿਹਾ। ਉਸ ਤੋਂ ਬਾਅਦ ਲਾਸਟ ਵਿੱਚ ਆਉਂਦਾ ਹੈ ਆਬਜੈਕਟ। ਇਹ ਇੰਗਲਿਸ਼ ਦਾ ਫਾਰਮੂਲਾ ਹੈ। ਤੇ ਅਗਰ ਆਪਾਂ ਇੰਗਲਿਸ਼ ਵਿੱਚ ਕੋਈ ਸੈਂਟੈਂਸ ਬਣਾਉਣਾ ਹੋਵੇ ਇਸ ਫਾਰਮੂਲੇ ਨੂੰ ਫੋਲੋ ਕਰਦੇ ਹੋਏ ਤਾਂ ਆਪਾਂ ਬਣਾਉਂਗੇ ਫੋਰ ਐਗਜ਼ਾਮਪਲ ਆਈ play chess। is it fine? ਹੁਣ ਅਗਰ ਆਪਾਂ ਗੱਲ ਕਰੀਏ ਹਿੰਦੀ ਜਾਂ ਪੰਜਾਬੀ ਦੀ, ਤਾਂ ਹਿੰਦੀ ਜਾਂ ਪੰਜਾਬੀ ਵਿੱਚ ਕੀ ਹੁੰਦਾ ਹੈ, ਸੈਂਟੈਂਸ ਫਾਰਮੇਸ਼ਨ ਜਿਹੜੀ ਹੈ, ਸੈਂਟੈਂਸ ਸਟਰਕਚਰ ਜਿਹੜੀ ਹੈ ਇਸ ਤਰ੍ਹਾਂ ਨਹੀਂ ਹੈ। ਉਹ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ, ਦੈਟ ਇਜ਼ ਕੰਪਲੀਟਲੀ ਡਿਫਰੈਂਟ। ਦੈਟ ਇਜ਼ ਅ ਸਬਜੈਕਟ ਪਲੱਸ ਆਬਜੈਕਟ ਪਲੱਸ ਵਰਬ। ਹਾਂਜੀ, ਇਹ ਜਿਹੜੀ ਸੈਂਟੈਂਸ ਫਾਰਮੇਸ਼ਨ ਆਪਾਂ ਲਿਖੀ ਹੈ ਇਹ ਹੈਗੀ ਹੈ ਇੰਗਲਿਸ਼ ਦੀ ਸੈਂਟੈਂਸ ਫਾਰਮੇਸ਼ਨ, ਤੇ ਆਪਾਂ ਜਿਹੜੀ ਇਹ ਵਾਲੀ ਸੈਂਟੈਂਸ ਫਾਰਮੇਸ਼ਨ ਵਾਲੀ ਲਿਖੀ ਹੈ ਇਹ ਹੈਗੀ ਆਪਣੀ ਹਿੰਦੀ ਜਾਂ ਪੰਜਾਬੀ ਦੀ ਸੈਂਟੈਂਸ ਫਾਰਮੇਸ਼ਨ। ਤੇ ਇਹੀ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਜਦੋਂ ਆਪਾਂ ਕੋਈ ਹਿੰਦੀ ਜਾਂ ਪੰਜਾਬੀ ਵਿੱਚ ਸੈਂਟੈਂਸ ਸੋਚਦੇ ਹਾਂ ਤੇ ਬਾਅਦ ਵਿੱਚ ਅਗਰ ਉਸ ਨੂੰ ਆਪਾਂ ਇੰਗਲਿਸ਼ ਵਿੱਚ ਟਰਾਂਸਲੇਟ ਕਰਦੇ ਹਾਂ ਤਾਂ ਉਹ ਕੁਝ ਹੱਦ ਤੱਕ ਆਪਣਾ ਗਲਤ ਹੋ ਜਾਂਦਾ ਹੈ। ਹੁਣ ਕੀ ਹੈ ਕਿ ਫੋਰ ਐਗਜ਼ਾਮਪਲ ਅਗਰ ਆਪਾਂ ਕੋਈ ਸੈਂਟੈਂਸ ਸੋਚੀਏ ਕਿ ਮੈਂ ਚੈਸ ਖੇਡਦਾ ਹਾਂ, ਇਸ ਨੂੰ ਤੁਸੀਂ ਆਪਣੀ ਹਿੰਦੀ ਪੰਜਾਬੀ ਸੋਚਿਆ ਤੇ ਉਸ ਦੇ ਅਕੋਰਡਿੰਗਲੀ ਤੁਸੀਂ ਅਗਰ ਇੰਗਲਿਸ਼ ਵਿੱਚ ਬਣਾਓਗੇ ਤਾਂ ਉਹ ਇਸ ਤਰ੍ਹਾਂ ਬਣੇਗਾ, ਮੈਂ ਯਾਨੀ ਕਿ ਆਈ ਚੈਸ, ਮੈਂ ਚੈਸ ਖੇਡਦਾ ਹਾਂ ਪਲੇ। ਤੇ ਉਰੇ ਆ ਕੇ ਆਪਾਂ ਕਨਫਿਊਜ਼ ਹੋ ਜਾਂਦੇ ਹਾਂ ਤੇ ਕੁਝ ਇੱਕ ਆਪਾਂ ਸੈਂਟੈਂਸਿਸ ਇੱਦਾਂ ਦੇ ਬਣਾਉਂਦੇ ਹਾਂ। ਡੈਫੀਨੇਟਲੀ ਇਹ ਬਹੁਤ ਛੋਟਾ ਇੱਕ ਸਿੰਪਲ ਸੈਂਟੈਂਸ ਹੈ, ਇਸ ਦੇ ਵਿੱਚ ਹੋ ਸਕਦਾ ਤੁਹਾਨੂੰ ਇਹ ਪ੍ਰੋਬਲਮ ਨਾ ਆਵੇ, ਬਟ ਜਦੋਂ ਵੀ ਆਪਾਂ ਕੰਪਲੈਕਸ ਜਾਂ ਵੱਡੇ ਸੈਂਟੈਂਸਿਸ ਬਣਾਉਂਦੇ ਤਾਂ ਉਸ ਦੇ ਵਿੱਚ ਜ਼ਿਆਦਾਤਰ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੀ ਆਉਂਦੀ ਹੈ, ਤਾਂ ਉਸ ਨੂੰ ਆਪਾਂ ਅੱਛੀ ਤਰ੍ਹਾਂ ਐਕਸਪਲੇਨ ਨਹੀਂ ਕਰ ਪਾਉਂਦੇ। ਤੇ ਮੋਰਓਵਰ ਹੁਣ ਅਗਰ ਆਪਾਂ ਦੇਖੀਏ ਹਿੰਦੀ ਪੰਜਾਬੀ 'ਚ ਠੀਕ ਹੈ, ਮੈਂ ਚੈਸ ਖੇਡਦਾ ਹਾਂ, but in English it is completely incorrect because in English it is I play chess। यानी कि अगर ਆਪਾਂ ਇੰਗਲਿਸ਼ ਵਾਲੇ ਸੈਂਟੈਂਸਿਸ ਨੂੰ ਐਜ਼ ਇਟ ਇਜ਼ ਆਪਣੀ ਹਿੰਦੀ ਜਾਂ ਪੰਜਾਬੀ ਟਰਾਂਸਲੇਟ ਕਰੀਏ ਤਾਂ ਉਹ ਬਣੇਗਾ ਮੈਂ ਆਈ ਯਾਨੀ ਕਿ ਮੈਂ, ਪਲੇ ਯਾਨੀ ਕਿ ਖੇਡਦਾ ਹਾਂ, ਚੈਸ ਯਾਨੀ ਕਿ ਸ਼ਤਰੰਜ, ਮੈਂ ਖੇਡਦਾ ਹਾਂ ਸ਼ਤਰੰਜ। ਅਗਰ ਆਪਾਂ ਐਗਜ਼ੈਕਟ ਵਨ ਇੰਗਲਿਸ਼ ਨੂੰ ਹਿੰਦੀ ਪੰਜਾਬੀ ਵਿੱਚ ਟਰਾਂਸਲੇਟ ਕਰੀਏ ਤੇ ਉਸੇ ਤਰ੍ਹਾਂ ਅਗਰ ਆਪਾਂ ਐਗਜ਼ੈਕਟ ਵਨ ਹਿੰਦੀ ਪੰਜਾਬੀ ਨੂੰ ਇੰਗਲਿਸ਼ ਟਰਾਂਸਲੇਟ ਕਰੀਏ ਤਾਂ ਵੀ ਉਸ ਦੀ ਕੁਛ ਨਾ ਕੁਛ ਪ੍ਰੋਬਲਮ ਜ਼ਰੂਰ ਆ ਜਾਏਗੀ। ਹੁਣ ਕੀ ਹੁੰਦਾ ਹੈ ਸੈਂਟੈਂਸ ਸਟਰਕਚਰ ਦੇ ਅਕੋਰਡਿੰਗਲੀ ਇੰਗਲਿਸ਼ ਦੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਸੈਂਟੈਂਸ ਸਟਰਕਚਰ ਹੋ ਰਿਹਾ ਹੈ, ਹਿੰਦੀ ਪੰਜਾਬੀ ਸੈਂਟੈਂਸ ਸਟਰਕਚਰ ਹੋ ਰਿਹਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹੈ। ਅਗੇਨ ਆਈ ਐਮ ਗੋਇੰਗ ਟੂ ਰਾਈਟ ਡਾਊਨ ਓਵਰ ਹੇਅਰ। ਇੰਗਲਿਸ਼ ਦੀ ਸੈਂਟੈਂਸ ਸਟਰਕਚਰ ਹੈ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ, ਤੇ ਹਿੰਦੀ ਜਾਂ ਪੰਜਾਬੀ ਸੈਂਟੈਂਸ ਸਟਰਕਚਰ ਹੁੰਦੀ ਹੈ ਸਬਜੈਕਟ ਪਲੱਸ ਆਬਜੈਕਟ ਪਲੱਸ ਵਰਬ। ਉਸ ਦੇ ਵਿੱਚ ਕਿਰਿਆ
यानी कि वर्ब हमेशा बाद विच आंदी है। हुण अगर आपां कोई सेंटेंस की गल करिए इंग्लिश विच, फॉर एग्जांपल दा सॉरी शी रीड्स न्यूज़पेपर डेली, ओह हर रोज अखबार पढ़ती है। तो बच्चा सोचेगा शी ओह हर रोज डेली अखबार न्यूज़पेपर रीड्स पढ़ती है, ओह हर रोज अखबार पढ़ती है। ये उन्हां दी हिंदी या पंजाबी विच डेफिनेटली ठीक है, बट इंग्लिश विच ऐसा नहीं है, क्योंकि इंग्लिश दी सेंटेंस स्ट्रक्चर जिहड़ी है डिफरेंट है। तो उस विच की है, सब तो पहले सब्जेक्ट आएगा, फिर उस तो वर्ब दी फॉर्म आएगी, फिर उस तो बाद ऑब्जेक्ट आएगा। ठीक है, पूरी अपन नेक्स्ट ध्यान दें। फॉर एग्जांपल हम कोई हिंदी पंजाबी च आपां सेंटेंस सोचते हैं, मेरे घर विच 5 कमरे हैं। सब तो पहले तो अगर स्टूडेंट्स इत्थों सोचते ना मेरे घर विच इन माई हाउस 5 कमरे 5 रूम्स हन या है ना, उस विच कंफ्यूज होंदे कि उरे की लिखा जाए। ये प्रॉब्लम उदों आती है जदों वो हिंदी पंजाबी सोचते हैं, क्योंकि अगर अपन इसमें इंग्लिश सोच के लिखिए देयर आर 5 रूम्स इन माई हाउस, कि मेरे घर विच 5 कमरे हैं, सिंपल। नैक्सट अपन देखते हैं, आई डू नॉट नो हिम, मैं उसनू नहीं जानता। हुण अगर तुसी इसनू हिंदी पंजाबी सोच के लिखोगे तो कुछ एक बच्चे इस तरह लिख लेंगे, मैं आई उसनू हिज नहीं नो जानदा नो, आई हिज नो नो। तुसी खुद देखो इसकी कोई सेंस बन रही है किसी भी वे विच? नहीं, कोई सेंस नहीं है। क्यों नहीं है इसकी सेंस? क्योंकि यह आपां अपनी नेटिव लैंग्वेज सोचा हुआ है। नेटिव लैंग्वेज अगर आप इसमें हिंदी पंजाबी लिखोगे ठीक है, बट इन इंग्लिश इट इज इनकरेक्ट। ठीक है, इंग्लिश विच ये होएगा आई डू नॉट नो इट। ओके, पर लास्ट में एग्जांपल ना जानते हैं। हुण अगर आपां गल करिए इस पर्टिकुलर सेंटेंस की कि साडे नाल गल ना करो, है ना। हुण हिंदी पंजाबी कुछ एक बच्चे सोचोगे साडे नाल विद अस टॉक नॉट गल ना करो, इनकरेक्ट है ना। एग्जैक्ट वन इंग्लिश विच की होएगा डोंट टॉक टू अस, कि साडे नाल गल ना करो। तो हुण की है नेक्स्ट टाइम जदों भी तुसी कुछ इंग्लिश विच लिखना है बोलना है तो इस चीज़ का खास ध्यान रखना है कि सब तो पहला सब्जैक्ट आएगा, उस तो बाद वर्ब आएगी, तो उस तो बाद ऑब्जेक्ट आएगा। इस वे नाल तुसी अपने सेंटेंसेस जिहड़े ठीक बना सकते हो। सो हैव अ नाइस डे टू ऑल ऑफ यू, थैंक यू।